ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸ਼ਲੋਕ ਸ਼ੇਖ ਫਰੀਦ ਜੀ ਕੇ ਭਾਗ 12ਵਾਂ। ਫਰੀਦਾ ਕਾਲੀ ਜਿਨੀ ਨ ਰਾਵਿਆ, ਤੌਲੀ ਰਾਵੇ ਕੋਈ। ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਈ। ਫਰੀਦਾ ਕਾਲੀ ਜਿਨੀ ਨਾ ਰਾਵਿਆ, ਧੌਲੀ ਰਾਵੇ ਕੋਈ। ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਹੇ ਮਨਾ, ਕਾਲੀ ਤੋਂ ਭਾਵ ਅਗਿਆਨਤਾ ਦੇ ਵਿੱਚ ਜਿਨ੍ਹਾਂ ਨੇ ਕੁਦਰਤ ਨੂੰ ਸਮਝਿਆ ਨਹੀਂ, ਬੁਢਾਪੇ 'ਚ ਕਿਵੇਂ ਸਮਝ ਆ ਜੂਗੀ। 70 ਕਾ ਮਤਹੀਣ 80 ਕਾ ਵਿਹਾਰ ਨਾ ਪਾਵੇ। ਜਿਹੜੀ ਆਪਣੇ ਕੋਲ ਬੁੱਧੀ ਹੁੰਦੀ ਹੈ, ਜੋ ਅਸੀਂ ਜਨਮ ਵੇਲੇ ਲੈ ਕੇ ਆਉਂਦੇ ਹਾਂ, ਨਿਰਮਲ ਬੁੱਧੀ ਪਨੀਤ ਨਹੀਂ ਹੁੰਦੀ ਹੈਗੀ, ਉਹ ਨਿਰਮਲ ਹੁੰਦੀ ਹੈ। ਨਿਰਮਲ ਤੋਂ ਭਾਵ ਮੈਲ ਲੱਗ ਵੀ ਸਕਦੀ ਹੈ, ਨਹੀਂ ਵੀ। ਜੇ ਮਾਇਆ ਨਾਲ ਜੁੜ ਗਏ ਤਾਂ ਮਲੀਨ ਹੋ ਗਏ, ਫਿਰ ਨਿਰਮਲ ਹੋਣਾ ਪਊਗਾ, ਫਿਰ ਪਵਿੱਤਰ ਹੋਣਾ ਪਊ। ਪਵਿੱਤਰ 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 ਪੁਨੀਤ, ਇਹ ਅਵਸਥਾ ਨੇ ਸਾਰੀਆਂ ਸਮਝਣੀਆਂ ਨੇ ਆਪਾਂ। ਉਹੀ ਬਾਬਾ ਫਰੀਦ ਜੀ ਸਮਝਾਉਂਦੇ ਨੇ ਵੀ ਜਿਨ੍ਹਾਂ ਨੇ ਅਗਿਆਨਤਾ ਦੇ ਵਿੱਚ ਨਹੀਂ ਧਰਮ ਨੂੰ ਸਮਝਿਆ, ਧਰਮ ਕੀ ਹੈ। ਕੋਈ ਬਿਰਲਾ ਹੈ, ਧੌਲੀ ਰਾਵੇ ਕੋਈ। ਉਹ ਗੁਰਸਿੱਖ ਨੇ ਜਿਹੜੇ ਗੁਰੂ ਭਗਤਾਂ ਦਰਸਾਏ ਰਾਹ 'ਤੇ ਚੱਲ ਕੇ ਆਪਦੇ ਘਰ ਪਹੁੰਚਦੇ ਨੇ। ਉਹ ਸਮਝ ਲੈਂਦੇ ਨੇ ਗੁਰਮਤਿ ਅਨੁਸਾਰ ਚੱਲ ਕੇ। ਸਮਝਣਾ ਆਪਾਂ ਬਸ, ਜਾਣਨਾ ਵਾ। ਪਿੱਛੇ ਹੀ ਆਪਾਂ ਸਲੋਕ ਵਿਚਾਰੇ ਬਾਬਾ ਫਰੀਦ ਜੀ ਦੇ, ਜੇ ਜਾਣਾ ਲੜ ਸਿੱਝਣਾ, ਜੇ ਜਾਣਾ ਤਿਲ ਥੋੜ੍ਹੇ। ਕਿਉਂ ਬਾਰ-ਬਾਰ ਬਾਬਾ ਫਰੀਦ ਜੀ ਆਪਾਂ ਨੂੰ ਇਹ ਸਮਝਾ ਰਹੇ ਨੇ। ਇਹ ਅਵਸਥਾ ਹੈ ਭਾਈ, ਜੋ ਜਾਣਿਆ ਹੀ ਨਹੀਂ ਕੁਛ ਅਸੀਂ, ਪਰ ਹਾਂ ਮੰਨੀ ਬੈਠੇ ਅਸੀਂ ਬਹੁਤ ਸਿਆਣੇ। ਆਪਦੇ ਆਪ ਨੂੰ ਮਨ ਸਿਆਣਾ ਮੰਨੀ ਬੈਠਾ ਹੈ। ਮਨ ਅੰਧਾ ਨੌ ਸੁਜਾਨ ਦੀਂਦਾ ਇਹਨੂੰ ਕੁਛ ਨਹੀਂ। ਝੂਠ ਬਹੁਤ ਬੋਲਦਾ ਹੈ। ਝੂਠ ਦਾ ਹੀ ਐਡਾ ਜਿਹੜਾ ਹੈਗਾ ਅਡੰਬਰ ਰਚਿਆ ਹੋਇਆ ਸਾਰਾ। ਇਹ ਝੂਠ ਕਹਿੰਦੀ ਹੈ ਬਾਣੀ ਇਹਨੂੰ, ਕੂੜ ਰਾਜਾ ਕੂੜ ਪਰਜਾ। ਪਰ ਅਸੀਂ ਕਿਵੇਂ ਮੰਨਾਂਗੇ ਵੀ ਇਹ ਕੂੜ ਹੈ, ਝੂਠ ਹੈ। ਅਸੀਂ ਉਦਣ ਮੰਨਾਂਗੇ ਜਿਸ ਦਿਨ ਸਾਨੂੰ ਸੱਚ ਨਾਲ ਪ੍ਰੇਮ ਪਊਗਾ, ਸੱਚ ਦਾ ਦਰਸ਼ਨ ਹੋਊਗਾ। ਪਰ ਸਾਨੂੰ ਤਾਂ ਸਾਈਂ ਦਾ ਪਤਾ ਹੀ ਨਹੀਂ। ਸਾਈਂ ਅਸੀਂ ਤਾਂ ਅੱਖਾਂ ਨਾਲ ਦਰਸ਼ਨ ਮੰਨਦੇ ਹਾਂ, ਸਾਕਸ਼ਾਤ ਸਾਹਮਣੇ ਦਰਸ਼ਨ ਮੰਨਦੇ ਹਾਂ। ਸਾਰੇ ਧਰਮ ਜਿੰਨੇ ਪਿੱਛੇ ਆ, ਕਿਸੇ ਨੇ ਕੁਛ ਕਹਿ ਤਾ, ਕਿਸੇ ਨੇ ਕੁਛ ਕਹਿ ਤਾ, ਕਿਸੇ ਨੇ ਕਹਿਤਾ 65 ਗਰੀ ਦਰਸ਼ਨ ਹੋ ਗਏ। ਉਹ ਭਾਈ ਨਦੀਆਂ ਭਵਹਿ ਸਮੁੰਦ ਨਾ ਜਾਣੀਏ। ਨਦੀਆਂ ਨਾਲੇ ਚੱਲ ਕੇ ਆਏ, ਕਿੱਥੇ ਪੈ ਗਏ? ਸਮੁੰਦਰ 'ਚ। ਕਿਹਦਾ ਰੂਪ ਹੋ ਗਏ? ਸਮੁੰਦਰ ਦਾ। ਆਪਾਂ ਸੰਸਾਰੀ ਜੀਵ ਤਾਂ ਇਹੋ ਜਿਹੇ ਹੀ ਆ, ਪਰ ਸਮੁੰਦਰ ਤੱਕ ਤਾਂ ਪਹੁੰਚੇ ਹੀ ਨਹੀਂ ਆਪਾਂ ਹਾਲੇ। ਸਮੁੰਦਰ ਦਾ ਰੂਪ ਤਾਂ ਹੋਏ ਹੀ ਨਹੀਂ। ਉਹੀ ਮਲੀਨਤਾ ਦੇ ਵਿੱਚ ਅਸੀਂ, ਅਗਿਆਨਤਾ ਦੇ ਵਿੱਚ ਆਪਦੀ ਮੱਤ ਨੂੰ ਪ੍ਰਚਾਰ ਰਹੇ ਹਾਂ। ਜਾਣਿਆ ਕੁਛ ਵੀ ਨਹੀਂ ਹੈਗਾ। ਜੋ ਜੋ ਜਗਤ ਮੈਂ ਪਿਆ ਸਿਆਣਾ, ਤਿੰਨ ਤਿੰਨ ਆਪਣਾ ਰਾਹੋ ਚਲਾਉਣਾ। ਆਪਦੇ ਰਾਹ ਚਲਾ ਲੈਂਦੇ ਹਾਂ ਭਾਈ। ਨਹੀਂ, ਇਹ ਗਲਤੀ ਨਹੀਂ ਕਰਨੀ। ਇਹ ਮੌਕਾ ਵਾਰ-ਵਾਰ ਨਹੀਂ ਮਿਲਣਾ ਆਪਾਂ ਨੂੰ। ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਵਾਰੋ ਵਾਰ। ਜਿਉਂ ਬਨ ਫਲ ਪਾਕੇ ਭੋਏ ਗਿਰੇ, ਬੋਹਰ ਨਾ ਲਾਗੇ ਡਾਰ। ਫਿਰ ਦੇਖ ਲਓ ਆਪਾਂ ਨੂੰ ਮਨੁੱਖਾ ਦੇਹੀ ਪ੍ਰਾਪਤ ਕਰਨ ਨੂੰ ਕਿੰਨੇ ਕੁ ਜਨਮ ਲੱਗਣਗੇ, ਇਹਦੀ ਵੀ ਗਿਣਤੀ ਨਹੀਂ ਕਰ ਸਕਦਾ ਕੋਈ। ਬਹੁਤ ਸਜ਼ਾਏ, ਵੱਡੀ ਸਜ਼ਾ ਲੱਗਣੀ ਹੈ ਫਿਰ ਆਪਾਂ ਨੂੰ। ਦੇਸ ਪਿਆ ਲੰਮੇ ਜੰਮਣ ਮਰਨ ਚਲੇ ਜਾਵਾਂਗੇ। 84 ਲੱਖ ਦਾ ਗੇੜਾ ਕਦੋਂ ਕੱਟ ਕੇ ਆਤਮਾ ਆਉਂਦੀ, ਕਿਸੇ ਨੂੰ ਕੋਈ ਨਹੀਂ ਪਤਾ। ਝੂਠ ਜਿੰਨਾ ਕੋ ਮਰਜ਼ੀ ਬੋਲੀ ਜਾਵੇ, ਝੂਠ ਦਾ ਕੀ ਹੈ। ਜਿੰਨਾ ਕੁ ਆਪਾਂ ਨੂੰ ਸਮਝ ਆਉਂਦਾ ਆਪਾਂ ਉਨੀ ਕੀ ਵਿਚਾਰ ਕਰਨੀ, ਜਿੰਨੀ ਕੁਦਰਤ ਆਪਾਂ ਨੂੰ ਮੱਤ ਬਖਸ਼ਦੀ ਹੈ। ਧੌਲੀ ਰਾਵੇ ਕੋਈ, ਕਰ ਸਾਈਂ ਸਿਉ ਪਿਰਹੜੀ, ਰੰਗ ਨਵੇਲਾ ਹੋਏ। ਪਿਰਹੜੀ ਪ੍ਰੇਮ ਕਿਵੇਂ ਕਰੀਏ ਸਾਈਂ? ਜਿਹੜੀ ਚੀਜ਼ ਸਾਨੂੰ ਦੀਂਦੀ ਹੀ ਨਹੀਂ, ਉਹਦੇ ਨਾਲ ਪ੍ਰੇਮ ਭਾਈ ਕਿਵੇਂ ਪਊਗਾ। ਫਿਰ ਵੀ ਅਸੀਂ ਧਰਮ ਦੇ ਖੇਤਰ 'ਚ ਆ ਕਿਸੇ ਇੱਕ ਦੂਜੇ ਨੂੰ ਕੋਸੀ ਜਾਂਦੇ ਹਾਂ। ਰੱਬ ਦਾ ਨਾਂ ਜਪੋ ਜੀ, ਨਾਮ ਜਪੋ ਜੀ। ਕਿਸੇ ਨੂੰ ਕੁਛ ਨਹੀਂ ਪਤਾ, ਸਭ ਝੂਠ ਬੋਲਦੇ ਨੇ। ਸਾਨੂੰ ਗੁਰਮਤਿ ਆ ਕੇ, ਗੁਰ ਕੇ ਚਰਨ ਬਾਣੀ ਨਾਲ ਜੁੜ ਕੇ ਪਤਾ ਲੱਗਦਾ ਹੈ ਨਾਮ ਕੀ ਹੈ। ਸਾਧ ਸੰਗਤੀ ਕੈਸੇ ਜਾਣੀਏ, ਜਿੱਥੇ ਇੱਕੋ ਨਾਮ ਬਖਾਣੀਏ। ਇੱਕੋ ਨਾਮ ਹੁਕਮ ਹੈ ਸਤਿਗੁਰ ਦੀਆ ਬਜਾਏ ਜੀਓ। ਜਿਹੜੇ ਸਾਡੇ ਨਾਂ ਨੇ ਸਰੀਰ ਕਰਕੇ, ਉਹ ਪਹਿਚਾਣ ਖਾਤਰ ਨੇ ਭਾਈ। ਜੀ ਜਾਤ ਰੰਗਾਂ ਕੇ ਨਾਮ, ਉਹਦਾ ਸਰੀਰ ਹੀ ਨਹੀਂ, ਉਹਦਾ ਪ੍ਰਗਾਸ ਰੂਪ ਸ਼ਕਤੀ ਹੈ।
ਕਿਵੇਂ ਫਿਰ ਸਾਈਂ ਦਾ ਦਰਸ਼ਨ ਹੋ ਜਾਊਗਾ ਸਾਨੂੰ? ਸਾਡੀ ਮਨਬੁੱਧੀ ਦਾ ਵਿਸ਼ਾ ਹੀ ਨਹੀਂ, ਸਾਡੇ ਗਿਆਨ ਇੰਦਰੇ ਜਿਹੜੇ ਹੈਗੇ ਮਾਇਆ ਦੇ, ਅਸੀਂ ਉਹਨੂੰ ਮਹਿਸੂਸ ਵੀ ਕਰ ਲਈਏ ਇਹ ਨਹੀਂ ਹੋ ਸਕਦਾ, ਪਰ ਫਿਰ ਵੀ ਅਸੀਂ ਹਟਦੇ ਨਹੀਂ। ਭੇਖ ਕਰਕੇ ਪੂਰੇ ਹੋ ਜਾਂਦੇ ਅਸੀਂ, ਆਤਮਾ ਕਰਕੇ ਕੋਰੇ ਰਹਿ ਜਾਂਦੇ ਹਾਂ, ਆਤਮ ਗਿਆਨ ਤੋਂ ਕੋਰੇ ਹੁੰਦੇ ਹਾਂ। ਸਰੀਰ ਕਰਕੇ ਪੂਰਨ ਬ੍ਰਹਮ ਗਿਆਨੀ ਆ, ਪੂਰਨ ਸਤਿਗੁਰ ਹੈ, ਪੂਰਨ ਸੰਤ ਹੈ, ਪੂਰਨ ਗੁਰੂ ਹੈ, ਸਾਰੀਆਂ ਡਿਗਰੀਆਂ ਪ੍ਰਾਪਤ ਕਰ ਲੈਂਦੇ ਹਾਂ, ਪੂਰਨ ਵਿਦਵਾਨ ਹੈ। ਆਵਣ ਜਾਵਣ ਇੱਕ ਖੇਲ ਬਣਾਇਆ, ਆਗਿਆਕਾਰੀ ਕੀਨੀ ਮਾਇਆ। ਜਾਣਿਆ ਨਹੀਂ ਨਾ ਭਾਈ ਜੀਵ ਨੇ, ਇਹ ਤਾਂ ਖੇਲ ਬਣਾਇਆ ਕੁਦਰਤ ਨੇ, ਇਹ ਮਾਇਆ ਉਹਨੇ ਪੈਦਾ ਕੀਤੀ ਹੈ। ਉਹ ਜਾਣਦਾ, ਆਪਾਂ ਕਿਵੇਂ ਜਾਣ ਲਾਂਗੇ? ਮਾਇਆ ਦਾ ਵੀ ਆਪਾਂ ਜੇ ਤੱਕ ਜਾਣਦੇ ਹਾਂ ਉਹੀ ਇੱਛਾ ਪੈਦਾ ਹੁੰਦੀ ਹੈ ਜੋ ਅੱਖਾਂ ਦੇਖਦੀਆਂ ਨੇ। ਜਿਹੜਾ ਮਾਇਆ ਦਾ ਗਿਆਨ ਵੀ ਆਪਣੀ ਪਕੜ ਤੋਂ ਪਰੇ ਆ, ਉਹਦੀ ਵੀ ਇੱਛਾ ਆਪਾਂ ਨੂੰ ਕਿਵੇਂ ਪੈਦਾ ਹੋ ਜੂਗੀ? ਬਿਨ ਦੇਖੇ ਉਪਜੇ ਨਹੀਂ ਆਸ। ਜਿਹੜੀ ਚੀਜ਼ ਦੇਖੀ ਨਹੀਂ ਉਹਦੇ ਨਾਲ ਕਿਵੇਂ ਪ੍ਰੇਮ ਪੈ ਜੂ, ਕਿਵੇਂ ਇੱਛਾ ਪੈਦਾ ਹੋ ਜੂ? ਆਓ ਸਾਰੇ ਮਿਲ ਕੇ ਆਪਾਂ ਇਹਨੂੰ ਵਿਚਾਰੀਏ, ਸਮਾਂ ਨਾ ਖਰਾਬ ਕਰੀਏ। ਆਪਾਂ ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਲੈਣੇ, ਆਪਣਾ ਸਾਈ ਨਾਲ ਕਿਵੇਂ ਪ੍ਰੇਮ ਹੋਊਗਾ, ਫਿਰ ਆਪਣੇ ਤੇ ਨਾਮ ਦਾ ਰੰਗ ਕਿਵੇਂ ਚੜੂ ਅਕਲ ਤੇ ਬੁੱਧੀ ਤੇ। ਕਰ ਸਾਈਂ ਸੋ ਪਿਰਹੜੀ ਰੰਗ ਨਵੇਲਾ ਹੋਏ। ਸਾਈਂ ਦਾ ਦਰਸ਼ਨ ਕਿਸੇ ਨੇ ਕਰਨਾ, ਆਓ ਆਪਾਂ ਜਪਜੀ ਸਾਹਿਬ ਸਤਿਗੁਰਾਂ ਦੇ ਵਚਨ ਵਿਚਾਰੀਏ। ਸਤਿਗੁਰਾਂ ਨੇ ਜਪਜੀ ਸਾਹਿਬ 'ਚ ਆਪਾਂ ਨੂੰ 4 ਅਵਸਥਾ ਕਹਿ ਲਈਏ, 4 ਮੁਕਤੀਆਂ ਕਹਿ ਲਈਏ, ਪ੍ਰੇਰਿਆ ਆਪਾਂ ਉੱਧਰ ਨੂੰ ਜਾਣਾ ਵਾ। ਸੁਣਿਆ, ਇਹ ਪਹਿਲੀ ਅਵਸਥਾ। ਜਿਹੜੀ ਬਸ ਆਪਾਂ ਕੋਈ ਵਿਚਾਰਧਾਰਾ ਨਾਲ ਜੁੜਾਂਗੇ, ਸੁਣਾਂਗੇ, ਉਹੀ ਮਨ ਮੰਨੂ, ਦੂਜੀ ਕਿਵੇਂ ਮੰਨ ਲੂਗਾ? ਪਰ ਫਿਰ ਵੀ ਅਸੀਂ ਅੱਖਾਂ ਨਾਲ ਦਰਸ਼ਨ ਦਾ ਭੁਲੇਖਾ ਖਾ ਕੇ ਬੈਠੇ ਹਾਂ। ਹਟ ਜਾਓ, ਤੱਪ ਜਾਓ, ਘਰ-ਬਾਰ ਛੱਡ ਕੇ ਚਲੇ ਜਾਣਾ। ਨਹੀਂ ਭਾਈ, ਸੁਣਨੀ ਹੈ। ਜੇ ਬੱਚਾ ਹੁਣ ਸਕੂਲ ਜਾਂਦਾ ਹੈ, ਚੁੱਪ ਧਾਰ ਲੈਂਦਾ, ਮੌਨ ਧਾਰ ਲੈਂਦਾ, ਪੜ੍ਹ ਲੂ ਭਾਈ। ਇਵੇਂ ਧਰਮ ਕਰਦੇ ਆਏ ਨੇ। ਗਿਆਨ ਤਾਂ ਪੈਦਾ ਉਹ 'ਚੋਂ ਹੋਣਾ ਨਹੀਂ। ਗੁਰ ਸ਼ਬਦ 'ਚੋਂ ਆਪਾਂ ਨੂੰ ਗਿਆਨ ਪੈਦਾ ਹੋਣਾ। ਗਿਆਨ ਕਾ ਵੱਧਾ ਮਨ ਰਹੇ। ਜਦੋਂ ਸੁਣਦੇ ਹਾਂ 'ਚੋਂ ਗਿਆਨ ਪੈਦਾ ਹੁੰਦਾ ਹੈ, ਫਿਰ ਮਨ ਬਹਿੰਦਾ ਟਿੱਕੇ, ਫੇਰ ਹੀ ਦਰਸ਼ਨ ਹੋਊਗਾ। ਮਨ ਤਾਂ ਭੱਜਿਆ ਫਿਰਦਾ, ਦਰਸ਼ਨ ਕਿਹਨੇ ਕਰਨਾ? ਜਿਹਨੇ ਦਰਸ਼ਨ ਕਰਨਾ ਉਹ ਤਾਂ ਟਿਕਦਾ ਨਹੀਂ ਹੈਗਾ ਭਾਈ। ਇਹ ਪਹਿਲੀ ਅਵਸਥਾ ਸੁਣਿਆ, ਮੰਨਿਆ। ਫਿਰ ਜਿਹੜੀ ਸੁਣਾਂਗੇ ਉਹੀ ਮਨ ਮੰਨੂਗਾ। ਇਹ 10 ਪੌੜੀਆਂ ਜਪਜੀ ਸਾਹਿਬ ਸੁਣੀਏ ਦੀਆਂ ਨੇ ਭਾਈ। ਜਿਹਨੇ ਸੁਣ ਲਈ, ਵਿਚਾਰ ਲਈ, ਉਹਨਾਂ ਦਾ ਮਨ ਮੰਨ ਜਾਂਦਾ, ਉਹ ਦੂਈ ਮੁਕਤੀ 'ਚ ਪਹੁੰਚ ਜਾਂਦੇ। ਮੰਨੇ ਕੀ ਗਤ ਕਹੀ ਨਾ ਜਾਏ, ਮੰਨੇ ਮਾਰਗ ਠਾਕ ਨਾ ਪਾਏ, ਮੰਨੇ ਪਾਵੇ ਮੁਖ ਦਵਾਰ, ਮੰਨੇ ਸੁਰਤ ਹੋਵੇ ਮਨ। ਸਾਰਾ ਸਮਝਾਇਆ ਸਤਿਗੁਰਾਂ ਨੇ ਆਪਾਂ ਨੂੰ। ਜਪਜੀ ਸਾਹਿਬ ਦੇ ਵਿੱਚ ਜੀਵ ਨੂੰ ਪੂਰਨ ਤੌਰ 'ਤੇ ਸਮਝਾ ਕੇ ਸੱਚਖੰਡ ਵਾੜਿਆ ਹੋਇਆ ਵਾ। ਤਾਂਹੀਓ ਤਾਂ ਕਠਨ ਹੈ ਬਾਣੀ ਭਾਈ ਜਪਜੀ ਸਾਹਿਬ ਦੀ। ਸਮਝਦੇ ਅਸੀਂ ਨੂੰ ਸੁਖਾਲੀ ਜੀ ਹਾਂ। ਇਹ 1430 ਪੰਨੇ ਦੀ ਅੰਕ ਦੀ ਵਿਆਖਿਆ ਵਾ, ਇਹ 37 ਪੌੜੀਆਂ। ਇਹਨੂੰ ਸਮਝਣਾ ਆਪਾਂ। ਸੁਣਦੇ ਰਹਿੰਦੇ, ਵਿਚਾਰਦੇ ਰਹਿੰਦੇ, ਮਨ ਮੰਨ ਗਿਆ, ਦੂਜੀ ਅਵਸਥਾ 'ਚ ਪਹੁੰਚ ਗਏ, ਉਹਨੂੰ ਮੰਨੀਏ ਕਹਿੰਦੇ ਆ। ਫਿਰ ਮਨ ਕੀਤਾ ਪਾਉ, ਤੀਜੇ 'ਚ ਜਾ ਕੇ ਸਾਡਾ ਗੁਰਬਾਣੀ ਹੁਕਮ ਨਾਲ ਪ੍ਰੇਮ ਪੈਂਦਾ ਹੈ ਭਾਈ। ਇਹ ਤੀਜੀ 'ਚ ਪਹੁੰਚ ਗਏ ਆਪਾਂ। ਗੁਰਬਾਣੀ ਨੂੰ ਵਿਚਾਰਦੇ ਰਹੇ, ਸਮਝ ਆਉਣ ਲੱਗੀ, ਗਿਆਨ ਪੈਦਾ ਹੋਣ ਲੱਗ ਗਿਆ। ਉਹ 2 ਪਦਾਰਥ ਆਪਾਂ ਨੂੰ ਮਿਲ ਜਾਂਦੇ ਨੇ, ਗਿਆਨ ਪਦਾਰਥ, ਮੁਕਤ ਪਦਾਰਥ। ਸੰਤੋਖ ਆ ਗਿਆ, ਮਾਇਆ ਤੋਂ ਸਾਡਾ ਛੁਟਕਾਰਾ ਹੋ ਗਿਆ। ਮਨ ਕੀਤਾ ਭਾਉ, ਇਹ ਤੀਜੀ 'ਚ ਪਹੁੰਚ ਗਏ ਅਸੀਂ। ਤੀਜਾ ਪਦਾਰਥ ਬਾਕੀ ਆ ਹਲੇ। ਅੰਤਰਗਤ ਤੀਰਥ ਮਲ ਨਹਾਓ, ਅਸੀਂ ਅੰਦਰ ਪਹੁੰਚ ਜਾਂਦੇ ਹਾਂ 10ਵੇਂ ਦੁਆਰ 'ਚ। ਧਿਆਨ ਸਾਡਾ ਪਹੁੰਚ ਜਾਂਦਾ। ਜਿੱਥੇ ਲੇਖਾ ਮੰਗੀਏ ਤਿੱਥੇ ਦੇਹ ਜਾਤ ਨਾ ਜਾਏ, ਉੱਥੇ ਪਹੁੰਚ ਜਾਂਦੀ ਹੈ। ਲੇਖਾ ਇਹਦਾ ਖਤਮ ਹੋ ਜਾਂਦਾ ਵਾ। 10ਵਾਂ ਦੁਆਰ ਜਿਹਨੂੰ ਆਪਾਂ ਕਿਹਾ ਦੇਵਲੋਕ ਕਿਹਾ। ਕਬੀਰ ਮੋਹੇ ਮਰਨੇ ਕਾ ਚਾਓ ਹੈ, ਮਰੂ ਤੋਂ ਹਰ ਕੇ ਦੁਆਰ। ਆਪਾਂ ਵੀ ਉੱਥੇ ਪਹੁੰਚਣਾ। ਜਿਹੜਾ ਬਾਹਰ ਜਾਂਦੇ ਹਾਂ ਉਹ ਸਰੀਰ ਕਰਕੇ ਨੇ, ਇੱਥੇ ਪੈਣੇ ਆ ਮਨ ਬੁੱਧੀ ਦੇ ਫੁੱਲ। ਇਹ ਮਨ ਬੁੱਧੀ ਕੀ ਹੈ? ਇਹੀ ਤਾਂ ਪਾਉਣੇ ਉੱਥੇ ਜਾ ਕੇ। ਮਨ ਵੇਚੇ ਸਤਿਗੁਰ ਕੇ ਪਾਸ, ਉਹੀ ਤਾਂ ਨਾਮ ਸਰੋਵਰ ਹੈ ਭਾਈ। ਰਾਮਦਾਸ ਸਰੋਵਰ ਕਹਿ ਲਓ। ਉੱਥੇ ਜਾ ਕੇ ਸਾਡਾ ਜਿਹੜਾ ਸੰਸਾਰ ਦਾ ਪੂਰਨ ਤੌਰ 'ਤੇ ਛੁਟਕਾਰਾ ਹੋ ਜਾਂਦਾ ਹੈ। ਮਨ ਬੁੱਧੀ ਮੰਦ ਤਿਆਗ ਕਰਕੇ ਆਪਦੇ ਮੂਲ ਹਰ 'ਚ ਲੈ ਹੋ ਜਾਂਦੇ ਨੇ। ਉਸ ਅਵਸਥਾ 'ਚ ਜਾ ਕੇ ਸਮਝ ਆਉਂਦੀ ਹੈ। ਉਹਨੂੰ ਦਰਗਾਹ ਵੀ ਕਿਹਾ ਗਿਆ ਵਾ। ਉੱਥੋਂ ਲੋਕ ਵੀ ਦਿੰਦਾ, ਪਰਲੋਕ ਵੀ ਦਿੰਦਾ। ਉਹੀ ਤਾਂ ਗੁਰਸਿੱਖ ਨੇ ਭਾਈ, ਜਿਹਨਾਂ ਨੂੰ ਦਿੰਦਾ। ਜਿਨੀ ਨਾਮ ਤੇ ਆਇਆ ਗਏ ਮਸਕਤ ਕਾਲ, ਨਾਨਕ ਤੇ ਮੁਖ ਉਜਲੇ, ਕੀਤੀ ਛੁੱਟੀ ਨਾਲ। ਇਹ ਚੌਥੇ 'ਚ ਪਹੁੰਚ ਗਏ ਆਪਾਂ। 4 ਮੁਕਤੀਆਂ ਆਪਾਂ ਨੂੰ ਮਿਲ ਗਈਆਂ। ਮਾਇਆ ਤੋਂ ਆਪਣਾ ਛੁਟਕਾਰਾ ਹੋ ਗਿਆ। ਉੱਥੋਂ ਜਸ ਸ਼ੁਰੂ ਹੁੰਦਾ। ਫਿਰ ਹਰ ਕਾ ਜਸ ਸ਼ੁਰੂ ਕਦ ਹੁੰਦਾ ਵਾ? ਅੱਗੇ ਸਤਿਗੁਰ ਕੀ ਸਮਝਾਉਂਦੇ ਆ? ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਹਾਓ। ਜਦੋਂ 10ਵਾਂ ਦੁਆਰ ਭਾਵ ਦੇਵਲੋਕ, ਮਨ ਬੁੱਧੀ ਆਪਦੇ ਮੂਲ 'ਚ ਲੈ ਹੋ ਜਾਂਦੇ ਨੇ, ਫਿਰ ਕੀ ਕਹਿੰਦੇ ਨੇ? ਸਭ ਗੁਣ ਤੇਰੇ ਮੈਂ ਨਾਹੀ ਕੋਈ, ਦਾਤਾ ਸਾਰੇ ਗੁਣ ਤੇਰੀ ਨੇ। ਮੈਨੂੰ ਤਾਂ ਭਰਮ ਪਿਆ ਸੀ, ਉਹ ਭਰਮ ਇਹਦਾ ਨਿਕਲ ਜਾਂਦਾ ਵਾ। ਬਿਨ ਗੁਣ ਕੀਤੇ
ਭਗਤ ਨਾ ਹੋਏ, ਤੇਰੀ ਭਗਤੀ ਨਹੀਂ ਕਰ ਸਕਦਾ ਕੋਈ। ਬੜੀ ਕਠਿਨ ਹੈ। ਗੁਣ ਸਾਡੇ 'ਚ ਕੋਈ ਨਹੀਂ ਹੁੰਦਾ, ਅਸੀਂ ਪੂਰਨ ਤੌਰ 'ਤੇ ਆਪ ਨੂੰ ਸਰੀਰ ਕਰਕੇ ਬ੍ਰਹਮ ਗਿਆਨੀ ਸਾਰੀਆਂ ਡਿਗਰੀਆਂ ਪ੍ਰਾਪਤ ਕਰ ਲੈਂਦੇ ਹਾਂ। ਉਹ ਭਾਈ ਆਤਮਾ ਤੋਂ ਕੋਰੇ ਬੈਠੇ ਆ, ਕਾਲ ਨੇ ਥੋੜ੍ਹੀ ਛੱਡਣਾ ਆਪਾਂ ਨੂੰ। ਸੰਸਾਰ ਮੰਨ ਲੂਗਾ ਭੇਖ ਨੂੰ ਦੇਖ ਕੇ, ਪ੍ਰਭਾਵਿਤ ਹੋ ਜਾਊਗਾ, ਭਾਵੁਕ ਹੋ ਜਾਊਗਾ, ਪਰ ਕਾਲ ਨੇ ਥੋੜ੍ਹੀ ਛੱਡਣਾ। ਰਾਜਾ ਪਰ ਜਾ ਸਮਕਰ ਮਾਰੇ, ਐਸੋ ਕਾਲ ਬਡਾਨੀ ਨੇ। ਰਾਜਿਆਂ ਨੇ ਵੀ ਤਾਂ ਤਾਜ ਪਾਏ ਹੋਏ ਨੇ, ਰਾਜ ਪਾਠ ਨੇ, ਦੁਨੀਆ ਮੰਨਦੀ ਆ ਉਹਨਾਂ ਨੂੰ ਵੀ, ਪਰ ਕਾਲ ਤਾਂ ਕਿਸੇ ਨੂੰ ਨਹੀਂ ਛੱਡਦਾ। ਜੇ ਕਾਲ ਤੋਂ ਬਚਣਾ, ਆਓ ਤਾਂ ਗੁਰੂ ਕੀ ਸ਼ਰਨ ਚਾਹੋ। ਗੁਰ ਕੇ ਚਰਨ ਬਾਣੀ ਆ, ਇਹਨੂੰ ਵਿਚਾਰੀਏ, ਇਹ ਅਵਸਥਾ ਪ੍ਰਾਪਤ ਕਰੀਏ। ਬਿਨ ਗੁਣ ਕੀਤੇ ਭਗਤ ਨਾ ਹੋਏ। ਗੁਣਾਂ ਤੋਂ ਬਿਨਾਂ ਭਗਤੀ ਨਹੀਂ ਹੁੰਦੀ। ਫਿਰ ਇਹ ਆਪਾਂ ਨੂੰ ਕਿਹੜੇ ਗੁਣ ਮਿਲਦੇ ਨੇ? ਨਿਰਭਉ, ਭੈ ਤੋਂ ਮੁਕਤ ਹੋ ਜਾਂਦੇ ਆ, ਨਿਰਵੈਰ ਹੋ ਜਾਂਦੇ ਆ। ਸੰਸਾਰ ਨਾਲ ਸਾਡਾ ਵੈਰ ਵਿਰੋਧ ਖਤਮ ਹੋ ਜਾਂਦਾ। ਕਾਲ ਤੋਂ ਮੁਕਤ ਹੋ ਜਾਂਦੇ ਹਾਂ ਅਸੀਂ ਭਾਈ। ਫਿਰ ਇਹ ਸਰੀਰ ਚੌਥੀ ਜਿਹੜੇ ਪਦਾਰਥ ਹੈ, ਅਜੂਨੀ ਹੋ ਜਾਂਦੇ ਹਾਂ ਅਸੀਂ। ਜੂਨੀ ਸਰੀਰ 'ਚ ਰਹਿੰਦੇ ਰਹਿੰਦੇ ਅਜੂਨੀ ਹੋ ਜਾਂਦੇ ਹਾਂ। ਫਿਰ ਜਨਮ ਮਰਨ ਖਤਮ ਹੋ ਜਾਂਦਾ ਵਾ, ਸਰੀਰ ਦਾ ਪ੍ਰੇਮ ਵੀ ਘਟ ਜਾਂਦਾ ਵਾ। ਉਸ ਅਵਸਥਾ 'ਚ ਜਾ ਕੇ ਫਿਰ ਕੁਦਰਤ ਦਾ, ਆਪਣੇ ਮੂਲ ਦਾ ਕਹਿ ਲਈਏ, ਹਰ ਦਾ ਜਸ ਹੁੰਦਾ। ਹਰ ਜਸ ਗਾਏ ਲਈ ਮਨਾ, ਜੋ ਸੰਗੀ ਹੈ ਤੇਰੋ। ਫਿਰ ਹਰ ਜਸ ਕਰਦਾ ਵਾ। ਆਨੰਦ ਸਾਹਿਬ ਸਤਿਗੁਰਾਂ ਨੇ ਆਪਾਂ ਨੂੰ ਸਮਝਾਇਆ, ਐ ਮਨ ਮੇਰਿਆ ਤੂੰ ਸਦਾ ਰਹੋ ਹਰ ਨਾਲੇ। ਫਿਰ ਬਾਹਰ ਆਉਂਦਾ ਹੀ ਨਹੀਂ ਹੈਗਾ। ਦੇਵਲੋਕ ਹੀ ਰਹਿੰਦੇ ਨੇ ਭਾਈ, ਪਰ ਧਿਆਨ ਕਰਕੇ, ਸਰੀਰ ਕਰਕੇ ਆਮ ਲੋਕਾਂ ਦੇ ਵਿੱਚ ਹੀ ਰਹਿੰਦੇ ਨੇ ਉਹ ਗੁਰਸਿੱਖ। ਸਗਲ ਸੰਗ ਆਤਮ ਉਦਾਸ, ਐਸੀ ਜੁਗਤ ਨਾਨਕ ਰਾਮਦਾਸ। ਸੁਖਮਨੀ ਸਾਹਿਬ ਸਤਿਗੁਰਾਂ ਨੇ ਸਮਝਾਇਆ, ਐਸੀ ਜੁਗਤੀ ਵਿਧੀ ਹੁੰਦੀ ਹੈ ਉਹਨਾਂ ਕੋਲ। ਸਾਰਿਆਂ ਦੇ ਵਿੱਚ ਰਹਿੰਦੇ ਹੋਏ ਵੀ ਆਪਦੇ ਮੂਲ ਨਾਲ ਜੁੜੇ ਰਹਿੰਦੇ ਨੇ। ਉਹਦਾ ਜਸ ਕਰਦੇ ਰਹਿੰਦੇ ਨੇ, ਚਾਹੇ ਕਿਸੇ ਨੂੰ ਬੁਰਾ ਲੱਗੇ ਚਾਹੇ ਚੰਗਾ ਲੱਗੇ। ਉਸ ਅਵਸਥਾ 'ਚ ਜਾ ਕੇ ਸੋ ਅਸਤ ਆਤ ਬਾਣੀ ਬਰਮਾਓ, ਸਤ ਸੁਹਾਣ ਸਦਾ ਮਨ ਚਾਓ। ਉਸ ਅਵਸਥਾ 'ਚ ਜਾ ਕੇ ਮਨ ਬੁੱਧੀ ਦੀ ਹੋਂਦ ਖਤਮ ਹੁੰਦੀ ਹੈ, ਅਸਤ ਹੋ ਜਾਂਦੇ ਨੇ ਇਹ। ਫਿਰ ਪ੍ਰਗਟ ਹੁੰਦਾ ਹੈ ਨਾਮ, ਤੀਜਾ ਪਦਾਰਥ। ਨਾਮ ਕੀ ਹੈ? ਹੁਕਮ। ਉੱਥੇ ਜਾ ਕੇ ਪਤਾ ਲੱਗਦਾ। ਇੱਥੇ ਸਾਰੇ ਰੌਲਾ ਪਾਈ ਜਾਂਦੇ ਨੇ, ਨਾਮ ਜਪੋ ਜੀ, ਰੱਬ ਦਾ ਨਾਮ। ਉਹ ਰੱਬ ਦਾ ਕੋਈ ਸਰੀਰ ਹੈ? ਨਮਸਤਮ ਨਿਰਨਾਮੇ। ਸਰੀਰ ਇਹ ਨਹੀਂ, ਉਹਦਾ ਪ੍ਰਕਾਸ਼ ਰੂਪ ਸ਼ਕਤੀ ਹੈ। ਉਹ ਗੁਣਾਂ ਦੀ ਜਿਹੜੀ ਹੈਗੀ ਹੈ ਵਿਚਾਰ ਬਾਣੀ ਸਾਨੂੰ ਦੱਸਦੀ ਹੈ। ਉਹਦੇ ਗੁਣਾਂ ਦਾ ਧਿਆਨ ਕਰਾਉਂਦੀ ਹੈ ਆਪਾਂ ਨੂੰ ਬਾਣੀ। ਗੁਣਵਾਚਕ ਨੌ ਨੇ ਸਾਰੇ ਉਹਦੇ। ਗੁਣ ਸਾਡੇ 'ਚ ਕੋਈ ਨਹੀਂ, ਅਸੀਂ ਬਰਾਬਰੀ ਉਹਦੀ ਕਰਦੇ ਹਾਂ। ਖਸਮੇ ਕਰੇ ਬਰਾਬਰੀ, ਫਿਰ ਗੈਰਤ ਅੰਦਰ ਪਾਏ। ਜਦੋਂ ਜਾਂਦਾ ਦੇਖਦਾ, ਫਿਰ ਹੁਕਮ ਦੇ ਅੱਗੇ ਫਿਰ ਕੀ ਕਰਦਾ? ਫਿਰ ਨੀਵਾਂ ਕਰਦਾ ਸਿਰ। ਫਰੀਦਾ ਜਿੰਨੀ ਕਮੀ ਨਾਹੀਂ ਗੁਣ, ਸੇ ਕੰਬੜੇ ਵਿਸਾਰ। ਐਸੇ ਕੰਮ ਕਿਉਂ ਕਰੀਏ ਭਾਈ, ਜਿਹੜਾ ਸਾਈਂ ਦੇ ਦਰਬਾਰ 'ਚ ਜਾ ਕੇ, ਸੱਚੇ ਦਰਬਾਰ 'ਚ ਜਾ ਕੇ ਸਾਨੂੰ ਸਿਰ ਨੀਵਾਂ ਕਰਨਾ ਪਵੇ। ਸੋ ਅਸਤ ਆਤ ਬਾਣੀ ਬਰਮਾਓ, ਇਹ ਬ੍ਰਹਮ ਦੀ ਬਾਣੀ ਹੈ ਭਾਈ। ਇਹਨੂੰ ਸਤ ਕਰਕੇ ਮੰਨਣਾ, ਫਿਰ ਆਪਾਂ ਘਰ ਪਹੁੰਚਾਂਗੇ। ਫਿਰ ਉਸ ਅਵਸਥਾ 'ਚ ਜਾ ਕੇ ਮਨ ਬੁੱਧੀ ਖਿੜੇ ਰਹਿੰਦੇ ਨੇ। ਸਤ ਸੁਹਾਣ ਸਦਾ ਮਨ ਚਾਓ, ਫਿਰ ਚਾਓ ਬਣਿਆ ਰਹਿੰਦਾ। ਫਿਰ ਸਾਨੂੰ ਹੁਕਮ ਦਾ ਦਰਸ਼ਨ ਹੁੰਦਾ ਹੈ। ਉਹ ਤੀਜਾ ਪਦਾਰਥ ਹੈ ਨਾਮ। ਫਿਰ ਉਹ 'ਚ ਲੈ ਹੋ ਜਾਂਦੇ ਹਾਂ ਅਸੀਂ, ਉਹ ਜਨਮ ਹੈ ਭਾਈ। ਫਿਰ ਸੱਚਖੰਡ ਦੇ ਵਾਸੀ ਬਣ ਜਾਂਦੇ ਹਾਂ। ਜਦ ਤੱਕ ਅਸੀਂ ਦਰਗਾਹ 'ਚ ਰਹਿੰਦੇ ਹਾਂ, ਉਹਦੇ ਦਰ 'ਤੇ ਖੜ੍ਹੇ ਰਹਿੰਦੇ ਹਾਂ। ਭਗਤ ਤੇਰੇ ਮਨ ਭਾਵਦੇ, ਦਰ ਸੋਹੀ ਕਿਰਤ ਗਾਵਦੇ। ਨਾਨਕ ਕਰਮਾਂ ਵਾਰੇ, ਦਰ ਢੋ ਨ ਲੈਣੀ ਤਾਮ ਦੇ। ਕਿਰਪਾ ਲੈਣੀ ਹੈ, ਕਰਮ ਤੋਂ ਭਾਵ ਕਿਰਪਾ ਲੈਣੀ ਆ, ਸੱਚ ਦਾ ਢੋਆ ਲੈਣਾ, ਸੱਚ ਦਾ ਸਹਾਰਾ ਲੈਣਾ। ਫਿਰ ਆਪਾਂ ਉੱਥੇ ਪਹੁੰਚਣਾ ਵਾ। ਆਪਦੀ ਮੱਤ ਨਾਲ ਨਹੀਂ ਆਪਾਂ ਪਹੁੰਚ ਸਕਦੇ ਭਾਈ। ਪਾਰ ਪਾਰ ਪ੍ਰੀਤਮ ਗੁਰ ਸ਼ਬਦ ਲੰਘਾਵੇ। ਆਓ ਜੇ ਸਾਈਂ ਦਾ ਦਰਸ਼ਨ ਕਰਨਾ ਹੈ ਤਾਂ ਫਿਰ ਗੁਰ ਸ਼ਬਦ ਦੀ ਕਮਾਈ ਕਰੀਏ, ਇਹਨੂੰ ਮਿਲ ਕੇ ਵਿਚਾਰਦੇ ਰਹੀਏ। ਤੁਹਾਨੂੰ ਪਤਾ ਹੀ ਨਹੀਂ ਲੱਗਣਾ ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੇ ਤਾਰਿਆ। ਇਹੀ ਤਾਂ ਕਰਾਮਾਤ ਹੈ, ਪਤਾ ਹੀ ਨਹੀਂ ਲੱਗਦਾ ਮਨ 'ਚ ਕਦੋਂ ਇੱਕ ਹੋ ਜਾਂਦੇ ਨੇ। ਹੋਈ ਬਾਬਾ ਫਰੀਦ ਜੀ ਸਮਝਾਉਂਦੇ ਨੇ, ਫਰੀਦਾ ਕਾਲੀ ਜੀ ਨੀਨਾ ਰਾਵਿਆ, ਧੌਲੀ ਰਾਵੇ ਕੋਏ, ਕਰ ਸਾਈਂ ਸੋ ਪਿਰਹੜੀ ਰੰਗ ਨਵੇਲਾ। ਫਿਰ ਰੰਗ ਨਾਮ ਦਾ ਰੰਗ ਚੜ੍ਹਦਾ ਹੈ। ਫਿਰ ਪਿਰੜੀ ਸਾਈਂ ਨਾਲ ਪ੍ਰੇਮ ਪੈਂਦਾ ਜਦੋਂ ਦਾ ਦਰਸ਼ਨ ਹੁੰਦਾ ਹੈ। ਜਿਹੜੀ ਚੀਜ਼ ਸਾਨੂੰ ਦੀਂਦੀ ਨਹੀਂ, ਉਹਦੇ ਨਾਲ ਕਿਵੇਂ ਪ੍ਰੇਮ ਕਰਾਂਗੇ? ਫਿਰ ਵੀ ਲੋਕ ਨਹੀਂ ਹਟਦੇ। ਹਟ ਜੋ ਕਰਦੇ ਆ, ਤਪ ਜੋ ਕਰਦੇ ਆ, ਉਹ ਕਰਨਗੇ ਭਾਈ, ਉਹਨਾਂ ਨੇ ਜਵਾਬ ਦੇਣਾ। ਆਪਾਂ ਤਾਂ ਇਹ ਗਲਤੀ ਨਾ ਕਰੀਏ, ਆਪਾਂ ਤਾਂ ਗੁਰ ਕੇ ਚਰਨ ਬਾਣੀ ਫੜੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।